ਮੇਰੀ ਜਵਾਨ ਕੁੜੀ ਦੀ ਹਾਲਤ ਖਰਾਬ ਰਹਿਣ ਲੱਗੀ। ਉਹ ਕੁਝ ਬੋਲਦੀ ਨਹੀਂ ਸੀ ਅਤੇ ਰਾਤ ਨੂੰ ਜਲਦੀ ਹੀ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲੈਂਦੀ ਸੀ। ਬੇਟੀ ਨੂੰ ਪੁੱਛਦੀ ਤਾਂ ਉਹ ਕੁਝ ਨਾ ਦੱਸਦੀ। ਫਿਰ ਇੱਕ ਦਿਨ ਮੈਂ ਆਪਣੀ ਬੇਟੀ ਦੇ ਕਮਰੇ ਵਿੱਚ ਲੁਕ ਗਈ। ਰਾਤ ਨੂੰ ਜਦੋਂ ਉਸਨੇ ਕੁੰਡਾ ਲਗਾ ਕੇ ਆਪਣੇ ਕੱਪੜੇ ਉਤਾਰੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਤਾਂ ਸੱਚ ਜਾਣਨ ਲਈ ਮੈਂ ਰਾਤ ਦੇ ਹਨੇਰੇ ਵਿੱਚ ਸੀਮਾ ਦੇ ਕਮਰੇ ਵਿੱਚ ਲੁਕ ਗਈ। ਮੇਰੀ ਬੇਟੀ ਸੀਮਾ ਕਿਸੇ ਗੁਲਾਬ ਦੇ ਫੁੱਲ ਦੀ ਕਲੀ ਦੀ ਤਰ੍ਹਾਂ ਖਿੜ ਰਹੀ ਸੀ ਕਿ ਅਚਾਨਕ ਹੀ ਮੁਰਝਾਉਣ ਲੱਗੀ। ਸੀਮਾ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰ ਰਹੀ ਸੀ ਅਤੇ ਇਸ ਉਮਰ ਵਿੱਚ ਹਰ ਮਾਂ ਆਪਣੀ ਔਲਾਦ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰਮੰਦ ਰਹਿੰਦੀ ਹੈ। ਅਤੇ ਜਦੋਂ ਮੈਂ ਸੀਮਾ ਦਾ ਇਸ ਤਰ੍ਹਾਂ ਬਦਲਿਆ ਹੋਇਆ ਰਵੱਈਆ ਦੇਖਿਆ ਤਾਂ ਸੱਚ ਜਾਣਨ ਲਈ ਮੈਨੂੰ ਇੱਕ ਕਦਮ ਚੁੱਕਣਾ ਪਿਆ। ਮੈਨੂੰ ਸੀਮਾ ਦੇ ਕਮਰੇ ਵਿੱਚ ਲੁਕੇ ਹੋਏ ਕੁਝ ਹੀ ਸਮਾਂ ਗੁਜ਼ਰਿਆ ਸੀ। ਜਦੋਂ ਸੀਮਾ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਿਆ ਅਤੇ ਕੁੰਡੀ ਲਗਾਉਣ ਤੋਂ ਬਾਅਦ ਉਸਨੇ ਆਪਣੇ ਕੱਪੜੇ ਉਤਾਰ ਦਿੱਤੇ। ਉਸ ਦੇ ਬਾਅਦ ਸੀਮਾ ਨੇ ਆਪਣਾ ਮੋਬਾਈਲ ਫੋਨ ਚੁੱਕਿਆ ਤਾਂ ਮੇਰੀ ਜਾਨ ਹੀ ਨਿਕਲ ਗਈ ਅਤੇ ਉਸ ਤੋਂ ਬਾਅਦ ਜੋ ਕੁਝ ਮੈਂ ਦੇਖਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ। ਮੇਰੀ ਜਵਾਨ ਬੇਟੀ ਦੀ ਹਾਲਤ ਦਿਨ ਬ ਦਿਨ ਅਜੀਬ ਹੁੰਦੀ ਜਾ ਰਹੀ ਸੀ। ਅਜਿਹਾ ਲੱਗਦਾ ਸੀ ਜਿਵੇਂ ਉਸ ਉੱਤੇ ਕਿਸੇ ਬੁਰੀ ਆਤਮਾ ਦਾ ਸਾਇਆ ਹੋਵੇ। ਹਰ ਵੇਲੇ ਹੱਸਣ ਬੋਲਣ ਵਾਲੀ ਮੇਰੀ ਸੀਮਾ ਬਿਲਕੁਲ ਚੁੱਪ ਹੋ ਗਈ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਉਸ ਨੂੰ ਕੀ ਹੋ ਗਿਆ ਹੈ ਜੋ ਉਹ ਨਾ ਤਾਂ ਗੱਲ ਕਰਦੀ ਅਤੇ ਨਾ ਹੀ ਕਿਸੇ ਗੱਲ ਦਾ ਜਵਾਬ ਦਿੰਦੀ ਹੈ। ਪਹਿਲਾਂ ਮੈਂ ਸੋਚਿਆ ਕਿ ਕਿਉਂ ਨਾ ਉਹਨੂੰ ਕਿਸੇ ਬਾਬੇ ਨੂੰ ਦਿਖਾ ਦੇਵਾਂ। ਫਿਰ ਅਚਾਨਕ ਹੀ ਮੈਨੂੰ ਅਹਿਸਾਸ ਹੋਇਆ ਕਿ ਉਹ ਗੱਲ ਨਹੀਂ ਹੈ ਜੋ ਮੈਂ ਸਮਝ ਰਹੀ ਹਾਂ। ਗੱਲ ਤਾਂ ਕੁਝ ਹੋਰ ਹੀ ਹੈ ਅਤੇ ਜਿਸ ਰਾਤ ਸੱਚਾਈ ਖੁੱਲ੍ਹ ਕੇ ਮੇਰੇ ਸਾਹਮਣੇ ਆਈ ਤਾਂ ਮੇਰੀ ਜਾਨ ਨਿਕਲ ਗਈ। ਮੈਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ ਕਿ ਮੇਰੀ ਬੇਟੀ ਕਦੋਂ ਇੰਨੀ ਵੱਡੀ ਹੋ ਗਈ ਕਿ ਮੇਰੇ ਤੋਂ ਗੱਲਾਂ ਲੁਕਾਉਣ ਲੱਗੀ। ਉਸ ਵਿੱਚ ਅਚਾਨਕ ਹੀ ਬਹੁਤ ਬਦਲਾਵ ਆ ਗਏ ਸਨ। ਉਹ ਰਾਤ ਨੂੰ ਜਲਦੀ ਹੀ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਜਾਂਦੀ ਅਤੇ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੀ, ਜਦੋਂ ਕਿ ਪਹਿਲਾਂ ਉਹ ਕਮਰੇ ਦਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ਸੌ ਜਾਇਆ ਕਰਦੀ ਸੀ। ਸਾਡੇ ਘਰ ਵਿੱਚ ਮੇਰੇ ਅਤੇ ਸੀਮਾ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਹਾਂ, ਕੁਝ ਦਿਨ ਪਹਿਲਾਂ ਮੈਂ ਉੱਪਰ ਵਾਲੀ ਮੰਜ਼ਿਲ ਵਿੱਚ ਇੱਕ ਕਿਰਾਏਦਾਰ ਨੂੰ ਰੱਖਿਆ ਸੀ ਕਿਉਂਕਿ ਸਾਡਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਸੀ। ਉਹ ਇੱਕ ਬਹੁਤ ਚੰਗਾ ਨੇਕ ਮੁੰਡਾ ਸੀ ਜੋ ਉੱਪਰਲੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਰਹਿੰਦਾ ਸੀ। ਉਸ ਦਾ ਆਉਣਾ ਜਾਣਾ ਵੀ ਸਾਡੇ ਹੀ ਦਰਵਾਜ਼ੇ ਵਿੱਚੋਂ ਸੀ ਕਿਉਂਕਿ ਘਰ ਵਿੱਚ ਇੱਕ ਹੀ ਰਸਤਾ ਸੀ। ਪਰ ਉਹ ਮੈਨੂੰ ਚੰਗੇ ਸੰਸਕਾਰਾਂ ਦਾ ਮੁੰਡਾ ਲੱਗਿਆ ਸੀ, ਇਸ ਲਈ ਮੈਨੂੰ ਉਸ ਤੋਂ ਕਦੇ ਕੋਈ ਪਰੇਸ਼ਾਨੀ ਨਾ ਹੋਈ। ਉਹ ਮੈਨੂੰ ਮਾਸੀ ਜੀ ਕਹਿੰਦਾ ਸੀ ਅਤੇ ਸੀਮਾ ਨੂੰ ਆਪਣੀ ਛੋਟੀ ਭੈਣ ਮੰਨਦਾ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਸੀਮਾ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ। ਉਹ ਇਸ ਕਦਰ ਚੁੱਪ ਹੋ ਗਈ ਸੀ ਕਿ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਉਸ ਨੂੰ ਕੀ ਹੋ ਗਿਆ ਹੈ। ਪਹਿਲਾਂ ਤਾਂ ਮੈਂ ਜਿਵੇਂ ਹੀ ਫੈਕਟਰੀ ਤੋਂ ਆਉਂਦੀ ਤਾਂ ਉਹ ਮੇਰੇ ਅੱਗੇ ਬੈਠ ਕੇ ਆਪਣੇ ਦਿਨ ਭਰ ਦਾ ਸਾਰਾ ਹਾਲ ਸੁਣਾਉਂਦੀ। ਮੇਰੇ ਪਿੱਛੇ ਘਰ ਵਿੱਚ ਜੇਕਰ ਇੱਕ ਪੱਤਾ ਵੀ ਹਿਲਦਾ ਤਾਂ ਸੀਮਾ ਮੈਨੂੰ ਉਸ ਦੀ ਖਬਰ ਜ਼ਰੂਰ ਦਿੰਦੀ। ਸੀਮਾ ਦੀ ਕੋਈ ਸਹੇਲੀ ਵੀ ਨਹੀਂ ਸੀ, ਇਸ ਕਰਕੇ ਉਸ ਲਈ ਸਭ ਕੁਝ ਮੈਂ ਹੀ ਸੀ। ਪਰ ਹੁਣ ਮੈਂ ਜਦੋਂ ਵੀ ਘਰ ਆਉਂਦੀ ਤਾਂ ਸੀਮਾ ਦਾ ਵਰਤਾਓ ਕੁਝ ਅਲੱਗ ਜਿਹਾ ਲੱਗਦਾ ਅਤੇ ਰੋਟੀ ਖਾਣ ਤੋਂ ਬਾਅਦ ਉਹ ਜਲਦੀ ਹੀ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਸੌ ਜਾਂਦੀ। ਉਸ ਦੇ ਚਿਹਰੇ 'ਤੇ ਮੈਨੂੰ ਅਜੀਬ ਜਿਹਾ ਡਰ ਮਹਿਸੂਸ ਹੋਣ ਲੱਗਿਆ ਸੀ। ਸੀਮਾ ਦੇ ਪਾਪਾ ਦੀ ਮੌਤ ਤੋਂ ਬਾਅਦ ਮੈਂ ਸੀਮਾ ਨੂੰ ਆਪਣੀ ਪਲਕਾਂ 'ਤੇ ਬਿਠਾ ਕੇ ਰੱਖਿਆ ਸੀ ਅਤੇ ਉਸ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ। ਮੈਂ ਉਸ ਦੀ ਹਰ ਇੱਛਾ ਨੂੰ ਉਸ ਦੇ ਮੂੰਹ ਵਿੱਚੋਂ ਨਿਕਲ ਤੋਂ ਪਹਿਲਾਂ ਹੀ ਪੂਰਾ ਕੀਤਾ ਸੀ। ਸੀਮਾ ਦੇ ਪਾਪਾ ਮਰਨ ਤੋਂ ਪਹਿਲਾਂ ਇਹ ਘਰ ਮੇਰੇ ਨਾਮ ਕਰ ਗਏ ਸਨ, ਜਿਸ ਵਿੱਚ ਨੀਚੇ 2 ਕਮਰੇ ਅਤੇ ਇੱਕ ਵਿਹੜਾ ਸੀ, ਜਦੋਂ ਕਿ ਉੱਪਰਲੀ ਮੰਜ਼ਿਲ 'ਤੇ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ। ਅਤੇ ਹੁਣ ਮੈਂ ਪਹਿਲੀ ਵਾਰ ਇਸ ਕਮਰੇ ਨੂੰ ਕਿਰਾਏ 'ਤੇ ਚੜ੍ਹਾਇਆ ਸੀ। ਜਿਸ ਮੁੰਡੇ ਨੂੰ ਮੈਂ ਕਿਰਾਏ 'ਤੇ ਰੱਖਿਆ ਸੀ ਉਹ ਕਿਸੇ ਦੂਜੇ ਸ਼ਹਿਰ ਤੋਂ ਇੱਥੇ ਨੌਕਰੀ ਕਰਨ ਲਈ ਆਇਆ ਸੀ ਅਤੇ ਉਹ ਸਵੇਰ ਹੁੰਦੇ ਹੀ ਮੇਰੇ ਨਾਲ ਹੀ ਘਰ ਤੋਂ ਨਿਕਲ ਜਾਂਦਾ ਅਤੇ ਸੀਮਾ ਸਾਰਾ ਦਿਨ ਘਰ ਵਿੱਚ ਇਕੱਲੀ ਹੁੰਦੀ ਸੀ। ਸੀਮਾ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ, ਇਸ ਲਈ ਉਸਨੇ ਜਲਦੀ ਹੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਉਸ ਦੇ ਹੀ ਸਿਰ 'ਤੇ ਸੀ। ਮੈਂ ਤਾਂ ਸੀਮਾ ਦੇ ਪਾਪਾ ਦੀ ਮੌਤ ਤੋਂ ਬਾਅਦ ਇੱਕ ਫੈਕਟਰੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੰਦੀਪ ਨੂੰ ਕਿਰਾਏ 'ਤੇ ਰੱਖਦੇ ਸਮੇਂ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਮੇਰੇ ਨਾਲ ਹੀ ਆਪਣੀ ਨੌਕਰੀ 'ਤੇ ਚਲਾ ਜਾਂਦਾ ਹੈ ਅਤੇ ਸ਼ਾਮ ਹੋਣ ਤੋਂ ਬਾਅਦ ਹੀ ਵਾਪਸ ਆਉਂਦਾ ਹੈ। ਪਰ ਹੁਣ ਮੈਂ ਜਦੋਂ ਫੈਕਟਰੀ ਤੋਂ ਛੁੱਟੀ ਕਰਕੇ ਘਰ ਆਉਂਦੀ ਤਾਂ ਉਹ ਕਦੇ-ਕਦੇ ਮੇਰੇ ਤੋਂ ਪਹਿਲਾਂ ਹੀ ਘਰ ਆਇਆ ਹੁੰਦਾ। ਉਸ ਦਾ ਨਾਂ ਸੰਦੀਪ ਸੀ ਅਤੇ ਉਸ ਨੂੰ ਦੇਖ ਕੇ ਮੈਨੂੰ ਯਕੀਨ ਹੋ ਗਿਆ ਸੀ
ਕਿ ਉਸ ਦਾ ਸੰਬੰਧ ਕਿਸੇ ਚੰਗੇ ਪਰਿਵਾਰ ਨਾਲ ਹੈ। ਇਸ ਲਈ ਮੈਂ ਉਸ ਨੂੰ ਆਪਣੇ ਘਰ ਵਿੱਚ ਰੱਖ ਲਿਆ ਸੀ, ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਸੀ। ਸੀਮਾ ਜਵਾਨ ਹੋ ਰਹੀ ਸੀ। ਉਹ 17-18 ਸਾਲ ਦੀ ਉਮਰ ਵਿੱਚ ਹੀ ਬਹੁਤ ਵੱਡੀ ਲੱਗਣ ਲੱਗੀ ਸੀ। ਇਸ ਲਈ ਮੈਂ ਜਲਦੀ ਹੀ ਉਸ ਦਾ ਵਿਆਹ ਕਰਨਾ ਚਾਹੁੰਦੀ ਸੀ। ਸੀਮਾ ਦੇ ਪਾਪਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮੈਂ ਇਕੱਲੀ ਨੇ ਹੀ ਉਸ ਦੀ ਅਤੇ ਘਰ ਦੀ ਜ਼ਿੰਮੇਵਾਰੀ ਚੁੱਕੀ ਸੀ ਅਤੇ ਉਸ ਨੂੰ ਕਿਸੇ ਸੌਤੇਲੇ ਬਾਪ ਦੀ ਛਾਂ ਹੇਠ ਪਲਣ ਨਹੀਂ ਦਿੱਤਾ ਸੀ। ਪਰ ਪਹਿਲੀ ਹੀ ਨਜ਼ਰ ਵਿੱਚ ਅਸੀਂ ਕਿਸੇ ਦੇ ਬਾਰੇ ਵਿੱਚ ਹਰ ਗੱਲ ਤਾਂ ਨਹੀਂ ਜਾਣ ਸਕਦੇ। ਸ਼ਾਇਦ ਮੈਨੂੰ ਵੀ ਸੰਦੀਪ ਨੂੰ ਪਹਿਚਾਨਣ ਵਿੱਚ ਕੋਈ ਗਲਤੀ ਹੋ ਗਈ ਸੀ। ਕਦੇ-ਕਦੇ ਜੋ ਜੈਸਾ ਦਿਖਦਾ ਹੈ ਉਹ ਉਸ ਤਰ੍ਹਾਂ ਦਾ ਨਹੀਂ ਹੁੰਦਾ ਅਤੇ ਹੁਣ ਮੈਨੂੰ ਵੀ ਉਸ ਦੇ ਨਾਲ ਰਹਿ ਕੇ ਇਹ ਅਹਿਸਾਸ ਹੋ ਰਿਹਾ ਸੀ। ਮੈਨੂੰ ਫੈਕਟਰੀ ਵਿੱਚੋਂ ਜੋ ਸੈਲਰੀ ਮਿਲਦੀ ਉਸ ਨਾਲ ਮੈਂ ਘਰ ਦਾ ਖਰਚਾ ਹੀ ਚਲਾ ਸਕਦੀ ਸੀ ਅਤੇ ਉਹ ਪੈਸੇ ਮਹੀਨੇ ਵਿੱਚ ਹੀ ਖਤਮ ਹੋ ਜਾਂਦੇ। ਸੀਮਾ ਦੇ ਵਿਆਹ ਲਈ ਮੈਨੂੰ ਹੋਰ ਪੈਸਿਆਂ ਦੀ ਲੋੜ ਸੀ। ਇਸ ਲਈ ਮੈਂ ਸੰਦੀਪ ਨੂੰ ਉੱਪਰ ਵਾਲਾ ਕਮਰਾ ਕਿਰਾਏ 'ਤੇ ਦੇ ਦਿੱਤਾ ਤਾਂ ਜੋ ਮੈਂ ਛੇਤੀ ਤੋਂ ਛੇਤੀ ਸੀਮਾ ਦੇ ਵਿਆਹ ਲਈ ਪੈਸੇ ਜੋੜ ਸਕਾਂ ਅਤੇ ਫਿਰ ਕੋਈ ਚੰਗਾ ਮੁੰਡਾ ਲੱਭ ਕੇ ਉਸ ਦੀ ਜ਼ਿੰਮੇਵਾਰੀ ਤੋਂ ਆਜ਼ਾਦ ਹੋ ਜਾਵਾਂ। ਪਰ ਸੀਮਾ ਦੀ ਪੀਲੀ ਪੈਂਦੀ ਜਾਂਦੀ ਰੰਗਤ ਅਤੇ ਚਿਹਰੇ ਦੇ ਡਰ ਨੇ ਮੈਨੂੰ ਅਜੀਬ ਜਿਹੀ ਬੇਚੈਨੀ ਵਿੱਚ ਪਾ ਦਿੱਤਾ ਸੀ। ਮੈਂ ਕਈ ਵਾਰ ਸੀਮਾ ਨੂੰ ਪੁੱਛਿਆ ਕਿ ਜੇਕਰ ਕੋਈ ਦਿੱਕਤ ਹੈ ਤਾਂ ਦੱਸ, ਪਰ ਉਸਨੇ ਇੱਕ ਸ਼ਬਦ ਵੀ ਨਹੀਂ ਕਿਹਾ ਅਤੇ ਚੁੱਪ ਰਹੀ। ਇਹ ਮੇਰੀ ਉਹ ਕੁੜੀ ਸੀ ਜਿਸ ਨੂੰ ਜੇਕਰ ਧੱਕਾ ਵੀ ਲੱਗਦਾ ਤਾਂ ਘੰਟਿਆਂ ਤੱਕ ਬੈਠੀ ਮੇਰੇ ਅੱਗੇ ਰੋਂਦੀ ਰਹਿੰਦੀ, ਕਿਉਂਕਿ ਮੈਂ ਉਸ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਸੀ। ਪਰ ਅਚਾਨਕ ਹੀ ਉਸ ਵਿੱਚ ਇੰਨੇ ਜ਼ਿਆਦਾ ਬਦਲਾਅ ਆਏ ਸਨ ਕਿ ਮੈਂ ਖੁਦ ਹੀ ਪਰੇਸ਼ਾਨ ਹੋ ਗਈ ਸੀ। ਬਚਪਨ ਵਿੱਚ ਇੱਕ ਵਾਰ ਸੀਮਾ ਸਾਈਕਲ ਚਲਾਉਂਦੇ ਗਿਰ ਗਈ ਸੀ ਅਤੇ ਉਸ ਦੇ ਹੱਥਾਂ ਪੈਰਾਂ ਵਿੱਚ ਥੋੜੀ ਜਿਹੀ ਖਰੋਂਚ ਆ ਗਈ ਸੀ, ਪਰ ਉਹ 2 ਦਿਨਾਂ ਤੱਕ ਮੰਜੇ ਤੋਂ ਨਹੀਂ ਉੱਠੀ ਸੀ। ਕੁਝ ਮਹੀਨਾ ਪਹਿਲਾਂ ਹੀ ਉਸ ਦੇ ਹੱਥਾਂ 'ਤੇ ਗਰਮ ਦੁੱਧ ਗਿਰ ਗਿਆ ਸੀ ਅਤੇ ਫਿਰ ਅਗਲੇ 2 ਦਿਨਾਂ ਤੱਕ ਉਹ ਡਰਦੇ ਮਾਰੇ ਰਸੋਈ ਵਿੱਚ ਹੀ ਨਹੀਂ ਗਈ ਸੀ, ਬਲਕਿ ਹਰ ਥੋੜੀ ਦੇਰ ਬਾਅਦ ਰੋਈ ਜਾਂਦੀ ਅਤੇ ਮੈਨੂੰ ਆਪਣਾ ਦਰਦ ਸੁਣਾਉਂਦੀ ਜਾਂਦੀ ਅਤੇ ਉਹ 2 ਦਿਨ ਮੈਂ ਘਰ ਹੀ ਰਹੀ ਸੀ। ਸੀਮਾ ਨੇ ਮੈਨੂੰ ਫੈਕਟਰੀ ਵੀ ਨਹੀਂ ਜਾਣ ਦਿੱਤਾ ਸੀ। ਤਾਂ ਫਿਰ ਹੁਣ ਅਜਿਹੀ ਕੀ ਗੱਲ ਹੋਈ ਸੀ ਜੋ ਸੀਮਾ ਮੈਨੂੰ ਨਹੀਂ ਦੱਸ ਸਕਦੀ ਸੀ। ਇੱਕ ਦਿਨ ਮੈਂ ਉਸ ਨੂੰ ਇੱਕ ਬਾਬੇ ਕੋਲ ਲੈ ਕੇ ਜਾਣ ਬਾਰੇ ਸੋਚ ਰਹੀ ਸੀ, ਜੋ ਮੇਰੇ ਘਰ ਤੋਂ ਥੋੜੀ ਦੂਰ ਹੀ ਸੀ ਅਤੇ ਬਹੁਤ ਲੋਕ ਉਸ ਬਾਬੇ ਕੋਲ ਆਉਂਦੇ ਸਨ। ਪਰ ਜਦੋਂ ਮੈਨੂੰ ਅੰਦਾਜ਼ਾ ਹੋਇਆ ਕਿ ਇਹ ਮਾਮਲਾ ਕਿਸੇ ਆਤਮਾ ਦਾ ਨਹੀਂ ਹੈ, ਬਲਕਿ ਸੀਮਾ ਮੇਰੇ ਤੋਂ ਕੋਈ ਬਹੁਤ ਵੱਡੀ ਗੱਲ ਲੁਕੋ ਰਹੀ ਹੈ ਅਤੇ ਇਸੇ ਗੱਲ ਦਾ ਪਤਾ ਕਰਨ ਲਈ ਮੈਂ ਅੱਜ ਫੈਕਟਰੀ ਤੋਂ ਛੁੱਟੀ ਲੈ ਲਈ ਸੀ। ਹਾਲੇ ਮੈਂ ਵਿਹੜੇ ਵਿੱਚ ਬੈਠੀ ਸੋਚ ਹੀ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਸੀਮਾ ਤੋਂ ਪਤਾ ਕਰਾਂ ਕਿ ਉਸੇ ਵੇਲੇ ਮੈਂ ਸੰਦੀਪ ਨੂੰ ਘਰ ਵਿੱਚ ਆਉਂਦੇ ਦੇਖਿਆ। ਉਸਦੇ ਚਿਹਰੇ 'ਤੇ ਮੁਸਕਰਾਹਟ ਫੈਲੀ ਹੋਈ ਸੀ ਅਤੇ ਆਉਂਦੇ ਹੀ ਉਸਨੇ ਮੈਨੂੰ ਨਮਸਤੇ ਕਰਕੇ ਸੀਮਾ ਵੱਲ ਦੇਖਿਆ। ਉਸ ਨੂੰ ਦਿਨ ਵਿੱਚ ਮੈਂ ਘਰ ਵਿੱਚ ਦੇਖ ਕੇ ਹੈਰਾਨ ਹੋ ਗਈ, ਕਿਉਂਕਿ ਉਸ ਦੀ ਨੌਕਰੀ ਤਾਂ ਸ਼ਾਮ ਤੱਕ ਹੁੰਦੀ ਸੀ ਅਤੇ ਹਾਲੇ ਤਾਂ ਦਿਨ ਦੇ 12 ਵਜੇ ਸਨ ਅਤੇ ਇਹ ਸੋਚ ਕੇ ਮੈਨੂੰ ਪਰੇਸ਼ਾਨੀ ਹੋਈ ਕਿ ਉਹ ਰੋਜ਼ ਹੀ ਇਸ ਤਰ੍ਹਾਂ ਘਰ ਆਉਂਦਾ ਸੀ। ਸੰਦੀਪ ਮੇਰੇ ਕੋਲ ਹੀ ਬੈਠ ਗਿਆ ਅਤੇ ਉਸ ਨੂੰ ਦੇਖ ਕੇ ਸੀਮਾ ਜਲਦੀ ਹੀ ਰਸੋਈ ਵਿੱਚ ਚਲੀ ਗਈ, ਪਰ ਸੰਦੀਪ ਦੀਆਂ ਨਜ਼ਰਾਂ ਲਗਾਤਾਰ ਉਸੇ ਨੂੰ ਲੱਭ ਰਹੀਆਂ ਸਨ ਅਤੇ ਉਹ ਮੇਰੇ ਨਾਲ ਗੱਲ ਕਰਦੇ ਹੋਏ ਬਾਰ-ਬਾਰ ਰਸੋਈ ਦੇ ਦਰਵਾਜ਼ੇ ਵੱਲ ਹੀ ਦੇਖ ਰਿਹਾ ਸੀ। ਮੈਂ ਸੰਦੀਪ ਨੂੰ ਪੁੱਛਿਆ ਕਿ ਉਸ ਦੀ ਨੌਕਰੀ ਕਿਵੇਂ ਚੱਲ ਰਹੀ ਹੈ, ਤਾਂ ਉਸਨੇ ਕਿਹਾ ਕਿ ਫਿਲਹਾਲ ਉਹ ਨੌਕਰੀ ਲੱਭ ਰਿਹਾ ਹੈ ਅਤੇ ਜਲਦੀ ਹੀ ਉਸ ਨੂੰ ਨੌਕਰੀ ਵੀ ਮਿਲ ਜਾਵੇਗੀ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਉਹ ਤਾਂ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਫਿਰ ਉਹ ਨੌਕਰੀ ਕਿਉਂ ਲੱਭ ਰਿਹਾ ਸੀ? ਸੰਦੀਪ ਕਹਿਣ ਲੱਗਿਆ ਕਿ ਮਾਸੀ ਜੀ 15 ਦਿਨ ਪਹਿਲਾਂ ਹੀ ਮੇਰੀ ਨੌਕਰੀ ਚਲੀ ਗਈ ਅਤੇ ਹੁਣ ਮੈਂ ਨਵੀਂ ਨੌਕਰੀ ਦੀ ਤਲਾਸ਼ ਵਿੱਚ ਹਾਂ। ਉਹ ਦੱਸ ਰਿਹਾ ਸੀ ਕਿ ਉਹ ਰੋਜ਼ ਹੀ ਕੁਝ ਘੰਟੇ ਨੌਕਰੀ ਦੀ ਤਲਾਸ਼ ਵਿੱਚ ਸੜਕਾਂ 'ਤੇ ਘੁੰਮਦਾ ਹੈ, ਪਰ ਅੱਜ ਦੇ ਦੌਰ ਵਿੱਚ ਨੌਕਰੀ ਮਿਲਣਾ ਇੰਨਾ ਆਸਾਨ ਕੰਮ ਨਹੀਂ ਹੈ। ਉਹ ਤਾਂ ਹੋਰ ਵੀ ਬਹੁਤ ਕੁਝ ਕਹਿ ਰਿਹਾ ਸੀ, ਪਰ ਮੇਰਾ ਦਿਮਾਗ ਇੱਕ ਹੀ ਗੱਲ 'ਤੇ ਅਟਕ ਗਿਆ ਸੀ ਕਿ ਉਹ ਪਿਛਲੇ 15 ਦਿਨਾਂ ਤੋਂ ਦਿਨ ਦੇ ਸਮੇਂ ਵੀ ਘਰ ਵਿੱਚ ਮੌਜੂਦ ਰਹਿੰਦਾ ਸੀ ਅਤੇ ਸੀਮਾ ਨੇ ਇਸ ਬਾਰੇ ਵਿੱਚ ਮੈਨੂੰ ਦੱਸਿਆ ਤੱਕ ਨਹੀਂ। ਮੇਰੇ ਪਿੱਛੋਂ ਸੀਮਾ ਘਰ ਵਿੱਚ ਇਕੱਲੀ ਹੁੰਦੀ ਸੀ। ਮੇਰੇ ਦਿਲ ਵਿੱਚ ਅਜੀਬ ਖਿਆਲ ਆਉਣ ਲੱਗੇ ਸਨ। ਸੀਮਾ ਦੀ ਦਿਨ-ਬ-ਦਿਨ ਵਿਗੜਦੀ ਹੋਈ ਹਾਲਤ ਅਤੇ ਸੰਦੀਪ ਦੀਆਂ ਨਜ਼ਰਾਂ ਮੈਨੂੰ ਕਿਸੇ ਅਣਹੋਣੀ ਦੇ ਹੋਣ ਦਾ ਸ਼ੱਕ ਪਾ ਰਹੀਆਂ ਸਨ ਅਤੇ ਜੋ ਕੁਝ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਮੈਂ ਉਹ ਦੱਸ ਵੀ ਨਹੀਂ ਸਕਦੀ ਸੀ। ਦੁਪਹਿਰ ਨੂੰ ਮੈਂ ਗੱਲਾਂ ਵਿੱਚ ਸੀਮਾ ਨੂੰ ਸੰਦੀਪ ਦੇ ਬਾਰੇ ਵਿੱਚ ਸਵਾਲ ਕੀਤੇ ਤਾਂ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ ਅਤੇ ਉਸ ਤੋਂ ਬਾਅਦ ਹਾਂ ਹੂੰ ਵਿੱਚ ਜਵਾਬ ਦਿੰਦੀ ਹੋਈ ਉੱਠ ਕੇ ਚਲੀ ਗਈ। ਮੈਂ ਉਸ ਨੂੰ ਆਵਾਜ਼ ਮਾਰ ਕੇ ਕਿਹਾ
ਕਿ ਅੱਜ ਤਾਂ ਤੇਰੀ ਪਸੰਦ ਦੀ ਰੋਟੀ ਬਣੀ ਹੈ, ਫਿਰ ਤੂੰ ਇੰਨੀ ਜਲਦੀ ਉੱਠ ਕੇ ਕਿਉਂ ਚਲੀ ਗਈ। ਉਸਨੇ ਮੇਰੇ ਵੱਲ ਦੇਖ ਕੇ ਕਿਹਾ ਕਿ ਮੰਮੀ, ਗਰਮੀ ਬਹੁਤ ਹੈ, ਇਸ ਲਈ ਕੁਝ ਖਾਣ ਨੂੰ ਮਨ ਨਹੀਂ ਕਰ ਰਿਹਾ। ਸੀਮਾ ਦੀ ਇਹ ਗੱਲ ਮੈਨੂੰ ਹੋਰ ਪਰੇਸ਼ਾਨ ਕਰ ਗਈ, ਕਿਉਂਕਿ ਸੀਮਾ ਨੂੰ ਹਮੇਸ਼ਾ ਤੋਂ ਹੀ ਗਰਮੀ ਪਸੰਦ ਸੀ। ਸਰਦੀ ਤਾਂ ਉਸ ਤੋਂ ਬਰਦਾਸ਼ਤ ਹੀ ਨਹੀਂ ਹੁੰਦੀ ਸੀ। ਉਹ ਬਹੁਤ ਸਾਰੇ ਕੱਪੜੇ ਪਾਉਣ ਤੋਂ ਬਾਅਦ ਵੀ ਕੰਬਦੀ ਰਹਿੰਦੀ। ਸਾਰੀ ਸਰਦੀ ਉਸਨੂੰ ਬਹੁਤ ਖਾਂਸੀ ਰਹਿੰਦੀ ਅਤੇ ਉਹ ਬਹੁਤ ਪਰੇਸ਼ਾਨ ਰਹਿੰਦੀ। ਅੱਜ ਉਹੀ ਸੀਮਾ ਗਰਮੀ ਤੋਂ ਪਰੇਸ਼ਾਨ ਸੀ। ਜਦੋਂ ਸੌਣ ਲਈ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੈਂ ਕਿਹਾ, ਬੇਟੀ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਰੱਖ ਕੇ ਸੌਂ ਜਾ, ਗਰਮੀ ਬਹੁਤ ਹੈ। ਉਹ ਕਹਿਣ ਲੱਗੀ, ਮੰਮੀ ਮੈਨੂੰ ਦਰਵਾਜ਼ਾ ਬੰਦ ਕਰਕੇ ਹੀ ਨੀਂਦ ਆਉਂਦੀ ਹੈ। ਜੇਕਰ ਮੈਂ ਦਰਵਾਜ਼ਾ ਖੋਲ੍ਹ ਕੇ ਸੌ ਜਾਂਦੀ ਹਾਂ ਤਾਂ ਬਾਰ-ਬਾਰ ਅੱਖ ਖੁੱਲ੍ਹਦੀ ਹੈ। ਮੈਂ ਧਿਆਨ ਨਾਲ ਸੀਮਾ ਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ, ਜੋ ਬਦਲੀ ਹੋਈ ਮਹਿਸੂਸ ਹੋ ਰਹੀ ਸੀ। ਉਹ ਤਾਂ ਹਮੇਸ਼ਾ ਹੀ ਮੇਰੇ ਕਮਰੇ ਵਿੱਚ ਸੌਣ ਲਈ ਬਹਾਨੇ ਲੱਭਦੀ ਸੀ, ਪਰ ਮੈਂ ਕੁਝ ਸਮਾਂ ਪਹਿਲਾਂ ਹੀ ਉਸ ਦਾ ਕਮਰਾ ਅਲੱਗ ਕਰ ਦਿੱਤਾ ਸੀ। ਮੈਂ ਇਸ ਗੱਲ ਤੋਂ ਫਿਕਰਮੰਦ ਸੀ ਕਿ ਇੱਕ ਨਾ ਇੱਕ ਦਿਨ ਸੀਮਾ ਨੂੰ ਵਿਦਾ ਹੋ ਕੇ ਜਾਣਾ ਹੈ ਅਤੇ ਜੇਕਰ ਉਹ ਮੇਰੇ ਇੰਨੇ ਕਰੀਬ ਰਹੇਗੀ ਤਾਂ ਮੇਰੇ ਲਈ ਉਸ ਨੂੰ ਵਿਦਾ ਕਰਨਾ ਬਹੁਤ ਔਖਾ ਹੋ ਜਾਵੇਗਾ, ਕਿਉਂਕਿ ਸੀਮਾ ਦੇ ਇਲਾਵਾ ਇਸ ਦੁਨੀਆ ਵਿੱਚ ਮੇਰਾ ਹੋਰ ਕੋਈ ਨਹੀਂ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਜਾਂਦੀ। ਮੇਰੀ ਬੇਟੀ ਜਵਾਨ ਹੋ ਰਹੀ ਸੀ ਅਤੇ ਜਵਾਨ ਧੀਆਂ ਦੀ ਮਾਂ ਅਕਸਰ ਹੀ ਫਿਕਰਮੰਦ ਰਹਿੰਦੀ ਹੈ ਅਤੇ ਕੁਝ ਅਜਿਹਾ ਹੀ ਹਾਲ ਮੇਰਾ ਵੀ ਸੀ। ਪਤਾ ਨਹੀਂ ਕਿਉਂ ਸਵੇਰੇ ਤੋਂ ਮੈਨੂੰ ਸੰਦੀਪ ਦੀ ਮੌਜੂਦਗੀ ਖਟਕ ਰਹੀ ਸੀ। ਰਾਤ ਦੇ ਖਾਣੇ ਤੋਂ ਬਾਅਦ ਮੈਂ ਸੀਮਾ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਬੈਠ ਗਈ ਕਿ ਚੱਲ ਅੱਜ ਆਪਾਂ ਦੋਨੋਂ ਮਾਂ ਧੀ ਕੁਝ ਦੇਰ ਤੱਕ ਗੱਲਾਂ ਕਰਾਂਗੇ ਕਿ ਇੰਨੇ ਵਿੱਚ ਹੀ ਸੰਦੀਪ ਨੀਚੇ ਉਤਰ ਆਇਆ। ਸ਼ਾਇਦ ਉਹ ਕਿਤੇ ਬਾਹਰ ਜਾ ਰਿਹਾ ਸੀ, ਪਰ ਉਹ ਸਾਨੂੰ ਦੋਵਾਂ ਨੂੰ ਦੇਖ ਕੇ ਸਾਡੇ ਕੋਲ ਆ ਗਿਆ ਸੀ। ਮੈਨੂੰ ਉਸ ਦਾ ਇਸ ਤਰ੍ਹਾਂ ਸਾਡੇ ਵਿੱਚ ਬੈਠਣਾ ਬਹੁਤ ਅਜੀਬ ਲੱਗ ਰਿਹਾ ਸੀ, ਜਦੋਂ ਕਿ ਪਹਿਲਾਂ ਵੀ ਉਹ ਸਾਡੇ ਦੋਵਾਂ ਦੇ ਕੋਲ ਬੈਠ ਜਾਂਦਾ ਸੀ। ਜਦੋਂ ਉਹ ਸਾਡੇ ਕੋਲ ਆ ਕੇ ਬੈਠਿਆ ਤਾਂ ਮੈਂ ਚੁੱਪ ਹੋ ਗਈ। ਮੈਂ ਇਕੱਲੇ ਵਿੱਚ ਸੀਮਾ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੀ ਸੀ ਤਾਂ ਜੋ ਸੀਮਾ ਦੇ ਇਸ ਬਦਲਾਵ ਦੀ ਵਜ੍ਹਾ ਜਾਣ ਸਕਾਂ, ਪਰ ਸੰਦੀਪ ਦੀ ਮੌਜੂਦਗੀ ਵਿੱਚ ਮੈਂ ਉਸ ਨੂੰ ਕੁਝ ਵੀ ਨਹੀਂ ਪੁੱਛ ਸਕਦੀ ਸੀ। ਕੁਝ ਹੀ ਦੇਰ ਵਿੱਚ ਮੈਂ ਸੰਦੀਪ ਨੂੰ ਕਿਹਾ ਕਿ ਬੇਟੇ ਤੂੰ ਵੀ ਜਾ ਕੇ ਆਰਾਮ ਕਰ, ਰਾਤ ਬਹੁਤ ਹੋ ਗਈ ਹੈ, ਅਸੀਂ ਦੋਨੇ ਵੀ ਸੌਣ ਲਈ ਜਾ ਰਹੀਆਂ ਹਾਂ, ਜਦੋਂ ਕਿ ਮੇਰਾ ਇਰਾਦਾ ਸੌਣ ਦਾ ਬਿਲਕੁਲ ਵੀ ਨਹੀਂ ਸੀ। ਪਰ ਸੰਦੀਪ ਨੂੰ ਭੇਜਣ ਲਈ ਮੈਂ ਝੂਠ ਦਾ ਸਹਾਰਾ ਲਿਆ। ਸੰਦੀਪ ਸ਼ਾਇਦ ਮੇਰਾ ਮਤਲਬ ਸਮਝ ਗਿਆ ਸੀ, ਇਸ ਲਈ ਉਹ ਚੁੱਪਚਾਪ ਉੱਠ ਕੇ ਚਲਾ ਗਿਆ। ਮੈਂ ਅੱਜ ਤੱਕ ਉਸ ਨੂੰ ਇੱਕ ਬਹੁਤ ਚੰਗਾ ਤੇ ਨੇਕ ਮੁੰਡਾ ਹੀ ਸਮਝਦੀ ਸੀ, ਪਰ ਇਨਸਾਨ ਕਦੋਂ ਬਹਿਕ ਜਾਵੇ ਇਹ ਉਸ ਨੂੰ ਵੀ ਨਹੀਂ ਪਤਾ ਹੁੰਦਾ। ਥੋੜੀ ਹੀ ਦੇਰ ਵਿੱਚ ਸੀਮਾ ਵੀ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਸੌਂ ਗਈ, ਪਰ ਮੇਰੀ ਨੀਂਦ ਉੱਡ ਚੁੱਕੀ ਸੀ। ਮੈਨੂੰ ਸੰਦੀਪ ਦੀਆਂ ਨਜ਼ਰਾਂ ਕੁਝ ਅਜੀਬ ਉਲਝਣ ਵਿੱਚ ਪਾ ਰਹੀਆਂ ਸਨ। ਉਸ ਦਾ ਸੀਮਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ, ਆਨੇ ਬਹਾਨੇ ਉਸ ਨੂੰ ਦੇਖਣਾ ਅਤੇ ਦਿਨ ਵਿੱਚ ਮੇਰੀ ਗੈਰ ਮੌਜੂਦਗੀ ਵਿੱਚ ਵੀ ਘਰੇ ਆਉਣਾ, ਮੈਨੂੰ ਸਭ ਕੁਝ ਅਜੀਬ ਲੱਗ ਰਿਹਾ ਸੀ। ਅਤੇ ਸਭ ਤੋਂ ਵੱਧ ਕੇ ਸੀਮਾ ਦਾ ਬਦਲਦਾ ਹੋਇਆ ਵਰਤਾਓ। ਇਹ ਰਾਤ ਮੈਂ ਇਸ ਤਰ੍ਹਾਂ ਹੀ ਗੁਜ਼ਾਰ ਦਿੱਤੀ ਅਤੇ ਜਦੋਂ ਸਵੇਰੇ ਉੱਠੀ ਤਾਂ ਸੀਮਾ ਦਾ ਚਿਹਰਾ ਫਿਰ ਤੋਂ ਉਸੇ ਤਰ੍ਹਾਂ ਬੁਝਿਆ ਹੋਇਆ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਸਾਰੀ ਰਾਤ ਸੁੱਤੀ ਨਹੀਂ ਹੈ। ਮੈਂ ਫੈਕਟਰੀ ਤੋਂ ਜ਼ਿਆਦਾ ਛੁੱਟੀਆਂ ਨਹੀਂ ਕਰ ਸਕਦੀ ਸੀ, ਇਸ ਲਈ ਮਜਬੂਰਨ ਮੈਨੂੰ ਸੀਮਾ ਨੂੰ ਘਰ ਵਿੱਚ ਛੱਡ ਕੇ ਜਾਣਾ ਪਿਆ, ਪਰ ਮੇਰਾ ਸਾਰਾ ਧਿਆਨ ਸੀਮਾ ਵਿੱਚ ਹੀ ਅਟਕਿਆ ਹੋਇਆ ਸੀ ਅਤੇ ਮੈਂ ਆਪਣਾ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਸੀ। ਬੜੀ ਮੁਸ਼ਕਲ ਨਾਲ ਮੈਂ ਜਿਵੇਂ ਤਿਵੇਂ ਅੱਧਾ ਦਿਨ ਕੱਢਿਆ, ਪਰ ਸੀਮਾ ਨੂੰ ਲੈ ਕੇ ਮੇਰੇ ਦਿਲ ਵਿੱਚ ਅਜੀਬ ਖਿਆਲ ਆ ਰਹੇ ਸਨ। ਇਸ ਲਈ ਮੈਂ ਅੱਧੀ ਛੁੱਟੀ ਲੈ ਲਈ ਅਤੇ ਘਰ ਵਾਪਸ ਆ ਗਈ। ਘਰ ਦੇ ਦਰਵਾਜ਼ੇ ਦੀ ਚਾਬੀ ਮੇਰੇ ਕੋਲ ਹਮੇਸ਼ਾ ਹੀ ਰਹਿੰਦੀ ਸੀ। ਮੈਂ ਸੋਚਿਆ ਕਿ ਸੀਮਾ ਕੰਮ ਵਿੱਚ ਬਿਜ਼ੀ ਹੋਵੇਗੀ, ਇਸ ਲਈ ਆਪ ਹੀ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਈ। ਪਰ ਇਹ ਦੇਖ ਕੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਸੰਦੀਪ ਸੀਮਾ ਨਾਲ ਗੱਲਾਂ ਕਰ ਰਿਹਾ ਸੀ। ਉਹਨਾਂ ਦੋਵਾਂ ਨੂੰ ਇਕੱਠਾ ਦੇਖ ਕੇ ਮੇਰੇ ਤਨ ਬਦਨ ਵਿੱਚ ਅੱਗ ਲੱਗ ਗਈ। ਜ਼ਰੂਰ ਸੀਮਾ ਅਤੇ ਸੰਦੀਪ ਨੇ ਮਿਲ ਕੇ ਕੁਝ ਅਜਿਹਾ ਕੀਤਾ ਸੀ ਕਿ ਜਿਸ ਕਰਕੇ ਸੀਮਾ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ। ਸੀਮਾ ਦੀ ਖੂਬਸੂਰਤ ਜਵਾਨੀ ਅਤੇ ਉਸ ਦੇ ਹੁਸਨ ਨੂੰ ਦੇਖ ਕੇ ਸੰਦੀਪ ਨੇ ਉਸ ਨਾਲ ਕੁਝ ਅਜਿਹਾ ਨਾ ਕਰ ਦਿੱਤਾ ਹੋਵੇ। ਇਹ ਖਿਆਲ ਆਉਂਦੇ ਹੀ ਮੇਰੇ ਅੰਦਰ ਬੇਚੈਨੀ ਪੈਦਾ ਹੋ ਗਈ। ਮੈਂ ਸੋਚ ਲਿਆ ਸੀ ਕਿ ਮੈਂ ਸੰਦੀਪ ਨੂੰ ਆਪਣੇ ਘਰ ਵਿੱਚੋਂ ਕੱਢ ਦੇਵਾਂਗੀ ਅਤੇ ਹੁਣ ਕੋਈ ਨਵਾਂ ਕਿਰਾਏਦਾਰ ਨਹੀਂ ਰੱਖਾਂਗੀ। ਮੇਰੀ ਬੇਟੀ ਦੀ ਚੁੱਪੀ ਪਿੱਛੇ ਜ਼ਰੂਰ ਕੋਈ ਬਹੁਤ ਵੱਡੀ ਗੱਲ ਲੁਕੀ ਹੋਈ ਸੀ ਅਤੇ ਹੁਣ ਮੈਂ ਇਸ ਦਾ ਕਾਰਨ ਜਾਣਨਾ ਚਾਹੁੰਦੀ ਸੀ ਅਤੇ ਮੈਨੂੰ ਅੰਦਾਜ਼ਾ ਸੀ ਕਿ ਇਸ ਦਾ ਕਾਰਨ ਸੰਦੀਪ ਹੀ ਹੈ,
ਕਿਉਂਕਿ ਸੰਦੀਪ ਦੇ ਇਸ ਘਰ ਵਿੱਚ ਆਉਣ ਤੋਂ ਪਹਿਲਾਂ ਸੀਮਾ ਇੱਕ ਆਮ ਜ਼ਿੰਦਗੀ ਗੁਜ਼ਾਰ ਰਹੀ ਸੀ। ਉਹ ਇੱਧਰ ਉੱਧਰ ਉਛਲਦੀ ਫਿਰਦੀ ਰਹਿੰਦੀ ਸੀ ਅਤੇ ਹੱਸਦੀ ਰਹਿੰਦੀ ਸੀ। ਰਾਤ ਨੂੰ ਜਿਵੇਂ ਹੀ ਸੀਮਾ ਆਪਣੇ ਕਮਰੇ ਵਿੱਚ ਸੌਣ ਲਈ ਜਾਣ ਲੱਗੀ ਤਾਂ ਮੈਂ ਉਸਨੂੰ ਕਿਹਾ ਕਿ ਮੈਂ ਸੌਣ ਲਈ ਆਪਣੇ ਕਮਰੇ ਵਿੱਚ ਜਾ ਰਹੀ ਹਾਂ। ਸੀਮਾ ਜਾ ਕੇ ਇੱਕ ਵਾਰ ਘਰ ਦੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਆ ਅਤੇ ਮੈਂ ਖੁਦ ਭੱਜ ਕੇ ਉਸਦੇ ਕਮਰੇ ਵਿੱਚ ਜਾ ਕੇ ਲੁਕ ਗਈ। ਸੀਮਾ ਨੂੰ ਲੱਗਾ ਕਿ ਸ਼ਾਇਦ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਹਾਂ, ਇਸ ਲਈ ਉਹ ਆਪਣੇ ਕਮਰੇ ਵਿੱਚ ਆ ਗਈ ਅਤੇ ਉਸਨੇ ਤੁਰੰਤ ਹੀ ਦਰਵਾਜ਼ੇ ਨੂੰ ਕੁੰਡੀ ਲਗਾ ਦਿੱਤੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਘਰ ਵਿੱਚ ਸਿਰਫ ਅਸੀਂ ਦੋਵੇਂ ਮਾਵਾਂ ਧੀਆਂ ਹੀ ਹਾਂ। ਅਜਿਹੇ ਵਿੱਚ ਉਸਨੂੰ ਕਮਰੇ ਦੇ ਦਰਵਾਜ਼ੇ ਨੂੰ ਕੁੰਡੀ ਲਗਾਉਣ ਦੀ ਕੀ ਜ਼ਰੂਰਤ ਪੈ ਗਈ ਸੀ। ਉਸ ਤੋਂ ਬਾਅਦ ਜਿਵੇਂ ਹੀ ਉਸਨੇ ਆਪਣੇ ਕੱਪੜੇ ਉਤਾਰੇ ਤਾਂ ਮੇਰੀ ਜਾਨ ਨਿਕਲਣ ਲੱਗੀ, ਕਿਉਂਕਿ ਪਤਾ ਨਹੀਂ ਕਿਉਂ ਉਹ ਆਪਣੇ ਕੱਪੜੇ ਉਤਾਰ ਰਹੀ ਸੀ। ਕਿਤੇ ਸੰਦੀਪ ਕਮਰੇ ਵਿੱਚ ਹੀ ਤਾਂ ਨਹੀਂ ਹੈ। ਮੈਨੂੰ ਲੱਗ ਰਿਹਾ ਸੀ ਕਿ ਮੇਰੀ ਜਵਾਨ ਧੀ ਕਿਸੇ ਗਲਤ ਚੱਕਰ ਵਿੱਚ ਪੈ ਗਈ ਹੈ ਅਤੇ ਮੇਰੀ ਗੈਰ ਮੌਜੂਦਗੀ ਵਿੱਚ ਉਸਨੇ ਕੁਝ ਅਜਿਹਾ ਕਰ ਦਿੱਤਾ ਹੈ ਜਿਸ ਨਾਲ ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਂ ਜਲਦੀ ਨਾਲ ਸਾਰੇ ਕਮਰੇ ਵੱਲ ਦੇਖਿਆ, ਪਰ ਮੈਨੂੰ ਕੋਈ ਵੀ ਨਜ਼ਰ ਨਹੀਂ ਆਇਆ। ਸੀਮਾ ਨੇ ਆਪਣੇ ਬੈੱਡ 'ਤੇ ਪਿਆ ਮੋਬਾਈਲ ਫੋਨ ਚੁੱਕਿਆ ਤਾਂ ਮੈਨੂੰ ਲੱਗਿਆ ਜਿਵੇਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਪਰ ਸੀਮਾ ਨੇ ਆਪਣੇ ਫੋਨ ਦੀ ਬੈਟਰੀ ਔਨ ਕੀਤੀ ਸੀ, ਕਿਉਂਕਿ ਕਮਰੇ ਵਿੱਚ ਹਨੇਰਾ ਸੀ ਅਤੇ ਉਹ ਸ਼ਾਇਦ ਕਮਰੇ ਦੀ ਲਾਈਟ ਨਹੀਂ ਜਗਾਉਣਾ ਚਾਹੁੰਦੀ ਸੀ। ਇਸ ਤੋਂ ਬਾਅਦ ਉਸਨੇ ਆਪਣੀ ਅਲਮਾਰੀ ਵਿੱਚੋਂ ਇੱਕ ਗੋਲ ਜਿਹੀ ਡੱਬੀ ਕੱਢੀ ਅਤੇ ਉਸ ਵਿੱਚ ਪਈ ਕਰੀਮ ਆਪਣੇ ਸਰੀਰ 'ਤੇ ਮਲਣ ਲੱਗੀ। ਬਹੁਤ ਧਿਆਨ ਨਾਲ ਦੇਖਣ 'ਤੇ ਮੈਂ ਦੇਖਿਆ ਕਿ ਉਸਦੇ ਸਰੀਰ 'ਤੇ ਜਗ੍ਹਾ-ਜਗ੍ਹਾ ਛੋਟੇ-ਛੋਟੇ ਲਾਲ-ਲਾਲ ਧੱਬੇ ਬਣੇ ਹੋਏ ਹਨ, ਜਿਨ੍ਹਾਂ ਉੱਤੇ ਹੌਲੀ-ਹੌਲੀ ਉਹ ਕਰੀਮ ਲਗਾ ਰਹੀ ਸੀ। ਹਨੇਰਾ ਹੋਣ ਕਰਕੇ ਮੈਨੂੰ ਚੰਗੀ ਤਰ੍ਹਾਂ ਦਿਖ ਤਾਂ ਨਹੀਂ ਰਿਹਾ ਸੀ, ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਉਸਨੂੰ ਕੋਈ ਬਿਮਾਰੀ ਹੈ ਅਤੇ ਇਸ ਕਰਕੇ ਉਸਨੂੰ ਬਹੁਤ ਤਕਲੀਫ ਹੁੰਦੀ ਹੈ, ਕਿਉਂਕਿ ਕਰੀਮ ਲਗਾਉਂਦੇ ਹੋਏ ਲਗਾਤਾਰ ਉਸਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ। ਉਸਦੀ ਤਕਲੀਫ ਦੇਖ ਕੇ ਮੈਂ ਤੜਫ ਗਈ। ਸੀਮਾ ਪਤਾ ਨਹੀਂ ਕਦੋਂ ਤੋਂ ਮੇਰੇ ਤੋਂ ਇਹ ਗੱਲ ਲੁਕੋ ਰਹੀ ਸੀ। ਪਤਾ ਨਹੀਂ ਉਸਨੂੰ ਕਿਹੜੀ ਬਿਮਾਰੀ ਹੋ ਗਈ ਸੀ ਜਿਸ ਕਰਕੇ ਉਹ ਇੰਨੀ ਤਕਲੀਫ ਵਿੱਚ ਸੀ। ਮੈਂ ਸੰਦੀਪ ਨੂੰ ਲੈ ਕੇ ਗਲਤਫਹਿਮੀ ਦਾ ਸ਼ਿਕਾਰ ਹੋ ਚੁੱਕੀ ਸੀ। ਮੈਂ ਇੱਕ ਵਾਰ ਵੀ ਨਾ ਸੋਚਿਆ ਕਿ ਸ਼ਾਇਦ ਸੀਮਾ ਨੂੰ ਕੋਈ ਤਕਲੀਫ ਵੀ ਹੋ ਸਕਦੀ ਹੈ। ਮੈਂ ਅਚਾਨਕ ਹੀ ਪਰਦੇ ਦੇ ਪਿੱਛੋਂ ਨਿਕਲ ਕੇ ਸੀਮਾ ਦੇ ਸਾਹਮਣੇ ਆਈ ਤਾਂ ਉਹ ਮੈਨੂੰ ਦੇਖਦੇ ਹੀ ਡਰ ਗਈ ਅਤੇ ਆਪਣੇ ਕੱਪੜੇ ਪਾਉਣ ਲੱਗੀ। ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਮੈਨੂੰ ਦਿਖਾ, ਇਹ ਤੈਨੂੰ ਕੀ ਹੋ ਰਿਹਾ ਹੈ। ਉਹ ਇੱਕਦਮ ਰੋਣ ਲੱਗੀ ਅਤੇ ਕਹਿਣ ਲੱਗੀ, ਮੰਮੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਨਹੀਂ ਚਾਹੁੰਦੀ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਮੈਂ ਇਸ ਬਿਮਾਰੀ ਨਾਲ ਤੰਗ ਹਾਂ। ਮੇਰੇ ਪੂਰੇ ਸਰੀਰ ਵਿੱਚ ਤਕਲੀਫ ਹੁੰਦੀ ਹੈ ਅਤੇ ਜਗ੍ਹਾ-ਜਗ੍ਹਾ ਇਹ ਲਾਲ ਰੰਗ ਦੇ ਧੱਬੇ ਬਣ ਗਏ ਹਨ। ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ ਦੱਸ ਦੇਵਾਂ, ਪਰ ਮੈਨੂੰ ਪਤਾ ਸੀ ਕਿ ਤੁਸੀਂ ਮੇਰੀ ਬਿਮਾਰੀ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਓਗੇ ਅਤੇ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਅਸੀਂ ਕਿਸੇ ਚੰਗੇ ਡਾਕਟਰ ਨੂੰ ਦਿਖਾ ਸਕੀਏ। ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਇਹ ਗੱਲ ਤੁਹਾਡੇ ਤੋਂ ਲੁਕੋ ਕੇ ਰੱਖੀ। ਪਰ ਇੱਕ ਦਿਨ ਜਦੋਂ ਸੰਦੀਪ ਵੀਰਾ ਪੌੜੀਆਂ ਤੋਂ ਨੀਚੇ ਉਤਰ ਰਿਹਾ ਸੀ ਤਾਂ ਉਹਨਾਂ ਦੀ ਨਜ਼ਰ ਮੇਰੇ ਹੱਥ 'ਤੇ ਪੈ ਗਈ ਅਤੇ ਉਹ ਦੇਖਦੇ ਹੀ ਪੁੱਛਣ ਲੱਗਿਆ ਕਿ ਇਹ ਤੈਨੂੰ ਕੀ ਹੋ ਰਿਹਾ ਹੈ। ਮਜਬੂਰੀ ਵਿੱਚ ਮੈਂ ਉਹਨਾਂ ਨੂੰ ਸਭ ਦੱਸ ਦਿੱਤਾ ਕਿ ਮੈਨੂੰ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੋ ਗਈ ਹੈ, ਪਰ ਮੈਂ ਇਹ ਗੱਲ ਤੁਹਾਨੂੰ ਨਹੀਂ ਦੱਸੀ। ਤਾਂ ਸੰਦੀਪ ਵੀਰ ਜੀ ਕਹਿਣ ਲੱਗੇ ਕਿ ਮੇਰੀ ਮੰਮੀ ਨੂੰ ਵੀ ਇਹ ਬਿਮਾਰੀ ਹੋ ਗਈ ਸੀ ਅਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਮੈਂ ਤੈਨੂੰ ਇਸ ਦੀ ਦਵਾਈ ਲਿਆ ਕੇ ਦੇ ਦਿੰਦਾ ਹਾਂ। ਤੈਨੂੰ 1 ਮਹੀਨੇ ਦੇ ਅੰਦਰ ਅੰਦਰ ਆਰਾਮ ਹੋ ਜਾਵੇਗਾ। ਤੁਸੀਂ ਸਾਰਾ ਦਿਨ ਫੈਕਟਰੀ ਵਿੱਚ ਕੰਮ ਕਰਦੇ ਹੋ ਅਤੇ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਤੁਸੀਂ ਮੇਰੇ ਬਾਰੇ ਸੋਚਦੇ ਰਹੋ ਅਤੇ ਪਰੇਸ਼ਾਨ ਹੁੰਦੇ ਰਹੋ। ਮੈਂ ਸਾਰੀ ਰਾਤ ਸੌਂਦੀ ਨਹੀਂ ਸੀ, ਬਲਕਿ ਦਰਦ ਕਾਰਨ ਜਾਗਦੀ ਰਹਿੰਦੀ ਸੀ। ਪਹਿਲਾਂ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਤਕਲੀਫ ਹੁੰਦੀ ਸੀ, ਪਰ ਜਦੋਂ ਤੋਂ ਮੈਂ ਸੰਦੀਪ ਵੀਰ ਜੀ ਦੀ ਦਿੱਤੀ ਹੋਈ ਮੱਲਮ ਲਗਾਉਣੀ ਸ਼ੁਰੂ ਕੀਤੀ ਹੈ ਤਾਂ ਇਹ ਦਰਦ ਘੱਟ ਹੋ ਗਿਆ ਹੈ। ਮੈਂ ਜੋ ਸੰਦੀਪ ਨੂੰ ਗਲਤ ਸਮਝ ਰਹੀ ਸੀ, ਉਹ ਤਾਂ ਮੇਰੀ ਬੇਟੀ ਦਾ ਮਸੀਹਾ ਨਿਕਲਿਆ ਸੀ। ਮੈਂ ਸੀਮਾ ਨੂੰ ਝਿੜਕਦੇ ਹੋਏ ਕਿਹਾ ਕਿ ਅੱਗੇ ਤੋਂ ਮੇਰੇ ਤੋਂ ਕੋਈ ਗੱਲ ਨਾ ਲੁਕੋਈ, ਕਿਉਂਕਿ ਪਿਛਲੇ 2 ਦਿਨਾਂ ਤੋਂ ਮੈਂ ਤੈਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਰਹੀ ਹਾਂ। ਉਹ ਕਹਿਣ ਲੱਗੀ ਕਿ ਮੰਮੀ ਮੈਂ ਵੱਡੀ ਹੋ ਰਹੀ ਹਾਂ ਅਤੇ ਮੈਨੂੰ ਅਹਿਸਾਸ ਹੈ ਕਿ ਤੁਸੀਂ ਮੇਰੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਪਾਪਾ ਦੇ ਜਾਣ ਤੋਂ ਬਾਅਦ ਤੁਸੀਂ ਦੂਜਾ ਵਿਆਹ ਨਹੀਂ ਕੀਤਾ। ਮੇਰੇ ਲਈ ਤੁਸੀਂ ਹਮੇਸ਼ਾ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦੇ ਰਹੇ ਅਤੇ ਆਪਣੀ ਜ਼ਰੂਰਤਾਂ ਨੂੰ ਮਾਰ-ਮਾਰ ਕੇ ਮੇਰੀਆਂ ਮੰਗਾਂ ਪੂਰੀਆਂ ਕਰਦੇ ਰਹੇ। ਮੈਨੂੰ ਪਤਾ ਹੈ ਕਿ ਤੁਸੀਂ ਸੰਦੀਪ ਨੂੰ ਵੀ ਇਸ ਲਈ ਕਿਰਾਏ 'ਤੇ ਰੱਖਿਆ ਹੈ ਤਾਂ ਜੋ ਤੁਸੀਂ ਮੇਰੇ ਵਿਆਹ ਲਈ ਪੈਸੇ ਜੋੜ ਸਕੋ। ਇਸ ਲਈ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਸੀਮਾ ਦੀ ਗੱਲ ਸੁਣ ਕੇ ਮੈਂ ਉਸਨੂੰ ਜੱਫੀ ਪਾ ਲਈ।
ਮੇਰੀ ਬੇਟੀ ਕਿੰਨੀ ਸਮਝਦਾਰ ਹੋ ਗਈ ਸੀ। ਉਹ ਮੇਰੀ ਇੰਨੀ ਪਰਵਾਹ ਕਰਦੀ ਸੀ ਅਤੇ ਮੈਂ ਪਤਾ ਨਹੀਂ ਕੀ ਸੋਚ ਲਿਆ ਸੀ। ਅਗਲੇ ਦਿਨ ਮੈਂ ਸੀਮਾ ਨੂੰ ਲੈ ਕੇ ਇੱਕ ਡਾਕਟਰ ਕੋਲ ਗਈ ਤਾਂ ਉਹਨਾਂ ਨੇ ਸੰਦੀਪ ਦੀ ਦਿੱਤੀ ਦਵਾਈ ਦੇਖ ਕੇ ਦੱਸਿਆ ਕਿ ਸੀਮਾ ਬਹੁਤ ਵਧੀਆ ਦਵਾਈ ਇਸਤੇਮਾਲ ਕਰ ਰਹੀ ਹੈ ਅਤੇ ਇਹ ਜਲਦੀ ਹੀ ਠੀਕ ਹੋ ਜਾਵੇਗੀ। ਡਾਕਟਰ ਨੇ ਕੁਝ ਪਰਹੇਜ਼ ਵੀ ਦੱਸੇ ਹਨ ਜਿਨ੍ਹਾਂ ਨੂੰ ਸੀਮਾ ਨੇ ਫੋਲੋ ਕਰਨਾ ਸੀ। ਜਦੋਂ ਅਸੀਂ ਡਾਕਟਰ ਦੇ ਕੋਲੋਂ ਘਰ ਵਾਪਸ ਆ ਰਹੇ ਸੀ ਤਾਂ ਸੰਦੀਪ ਪੌੜੀਆਂ ਤੋਂ ਨੀਚੇ ਉਤਰ ਕੇ ਕਿਤੇ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ। ਮੈਂ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਦਾ ਧੰਨਵਾਦ ਕੀਤਾ ਤਾਂ ਉਹ ਕਹਿਣ ਲੱਗੇ ਕਿ ਮਾਸੀ ਜੀ, ਇਹ ਤਾਂ ਮੇਰਾ ਫਰਜ਼ ਸੀ। ਸੀਮਾ ਮੇਰੇ ਲਈ ਮੇਰੀ ਛੋਟੀ ਭੈਣ ਵਰਗੀ ਹੈ ਅਤੇ ਮੈਂ ਉਸ ਨੂੰ ਤਕਲੀਫ ਵਿੱਚ ਨਹੀਂ ਦੇਖਣਾ ਚਾਹੁੰਦਾ ਸੀ, ਪਰ ਸੀਮਾ ਨੇ ਇਹ ਗੱਲ ਮੈਨੂੰ ਤੁਹਾਨੂੰ ਦੱਸਣ ਲਈ ਮਨਾ ਕੀਤਾ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਅੱਜ ਕਿੱਥੇ ਜਾ ਰਿਹਾ ਹੈ ਤਾਂ ਉਹ ਮੁਸਕਰਾ ਕੇ ਕਹਿਣ ਲੱਗਾ ਕਿ ਮਾਸੀ, ਅੱਜ ਮੈਨੂੰ ਇੱਕ ਬਹੁਤ ਵਧੀਆ ਜਗ੍ਹਾ ਨੌਕਰੀ ਮਿਲ ਗਈ ਹੈ ਅਤੇ ਮੈਂ ਮਿਠਾਈ ਲੈਣ ਜਾ ਰਿਹਾ ਹਾਂ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਪੂਰੇ ਦਿਲ ਨਾਲ ਸੰਦੀਪ ਨੂੰ ਵਧਾਈਆਂ ਦਿੱਤੀਆਂ। ਉਹ ਸੱਚਮੁੱਚ ਹੀ ਇੱਕ ਨੇਕ ਅਤੇ ਚੰਗਾ ਮੁੰਡਾ ਸੀ ਜਿਸ ਨੇ ਮੇਰੀ ਗੈਰ ਮੌਜੂਦਗੀ ਵਿੱਚ ਮੇਰੀ ਬੇਟੀ ਦੀ ਭਲਾਈ ਕੀਤੀ। ਉਸ ਨੇ ਸੱਚਮੁੱਚ ਹੀ ਆਪਣੇ ਭਾਈ ਹੋਣ ਦਾ ਫਰਜ਼ ਨਿਭਾਇਆ ਸੀ। ਸ਼ਾਇਦ ਇਸੇ ਲਈ ਉਸ ਦੀ ਅਜ਼ਮਾਇਸ਼ ਦਾ ਸਮਾਂ ਵੀ ਖਤਮ ਹੋ ਗਿਆ ਸੀ ਅਤੇ ਉਸ ਨੂੰ ਨੌਕਰੀ ਮਿਲ ਗਈ ਸੀ। ਚੰਗੇ ਲੋਕਾਂ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ। ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਮੈਂ ਆਪਣੀ ਧੀ ਅਤੇ ਸੰਦੀਪ ਨਾਲ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਸ ਕਰਕੇ ਮੈਨੂੰ ਉਹਨਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ। 1 ਮਹੀਨੇ ਬਾਅਦ ਹੀ ਮੇਰੀ ਬੇਟੀ ਠੀਕ ਹੋ ਗਈ ਅਤੇ ਉਹ ਪਹਿਲਾਂ ਦੀ ਤਰ੍ਹਾਂ ਘਰ ਵਿੱਚ ਹੱਸਣ ਖੇਡਣ ਲੱਗੀ ਅਤੇ ਮੈਂ ਸੁੱਖ ਦਾ ਸਾਹ ਲਿਆ। ਮਾਂ ਆਪਣੀ ਧੀਆਂ ਨੂੰ ਹੱਸਦਾ ਖੇਡਦਾ ਦੇਖ ਕੇ ਹੀ ਜਿਉਂਦੀ ਹੈ। ਸੀਮਾ ਨੂੰ ਹੱਸਦਾ ਮੁਸਕਰਾਉਂਦਾ ਦੇਖ ਕੇ ਮੈਨੂੰ ਵੀ ਨਵੀਂ ਜ਼ਿੰਦਗੀ ਮਿਲ ਗਈ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।